ਮੇਰਾ ਨਾਮ ਕੰਚਨ ਹੈ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰੀ ਮਾਂ ਹਮੇਸ਼ਾ ਬਿਮਾਰ ਰਹਿੰਦੀ ਹੈ ਅਤੇ ਇੱਕ ਦਿਨ ਉਹ ਬਹੁਤ ਬਿਮਾਰ ਹੋ ਗਈ। ਮੇਰੇ ਕੋਲ ਆਪਣੀ ਮਾਂ ਦੇ ਇਲਾਜ ਲਈ ਪੈਸੇ ਨਹੀਂ ਸਨ, ਪਰ ਮੈਂ ਆਪਣੀ ਮਾਂ ਨੂੰ ਮਰਨ ਨਹੀਂ ਦੇਣਾ ਚਾਹੁੰਦੀ ਸੀ। ਮੈਂ ਉਹਨਾਂ ਨੂੰ ਕਿਸੇ ਵੀ ਕੀਮਤ 'ਤੇ ਬਚਾਉਣਾ ਚਾਹੁੰਦੀ ਸੀ। ਮਜਬੂਰੀ ਵਿੱਚ ਮੈਂ 60 ਸਾਲ ਦੇ ਇੱਕ ਅਮੀਰ ਆਦਮੀ ਨਾਲ ਵਿਆਹ ਕਰਵਾ ਲਿਆ ਤਾਂ ਜੋ ਮੈਂ ਆਪਣੀ ਮਾਂ ਦਾ ਇਲਾਜ ਕਰਵਾ ਸਕਾਂ। ਪਰ ਵਿਆਹ ਦੀ ਪਹਿਲੀ ਰਾਤ ਹੀ ਮੇਰੇ ਹੋਸ਼ ਉੱਡ ਗਏ ਜਦੋਂ ਉਸਨੇ ਮੇਰੇ ਦੋਨੋਂ ਕੱਟ ਦਿੱਤੇ। ਮੇਰੀ ਮਾਂ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਜਦੋਂ ਕੋਈ ਜਵਾਨ ਕੁੜੀ ਕਿਸੇ ਬੁੱਢੇ ਆਦਮੀ ਨਾਲ ਵਿਆਹ ਕਰਦੀ ਹੈ ਤਾਂ ਉਹ ਆਦਮੀ ਉਸ ਨੂੰ ਬਹੁਤ ਖੁਸ਼ ਰੱਖਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਇਸ ਉਮਰ ਵਿੱਚ ਜੇਕਰ ਮੇਰੀ ਪਤਨੀ ਮੇਰੇ ਤੋਂ ਖੁਸ਼ ਨਹੀਂ ਹੁੰਦੀ ਤਾਂ ਉਹਦੇ ਲਈ ਦੂਜਾ ਵਿਆਹ ਵੀ ਔਖਾ ਹੋ ਜਾਵੇਗਾ। ਇਸ ਲਈ ਉਹ ਉਸ ਦੀ ਹਰ ਜ਼ਰੂਰਤ ਪੂਰੀ ਕਰਦਾ ਹੈ, ਉਸ ਦੇ ਲਈ ਚੰਗੇ ਕੱਪੜੇ ਅਤੇ ਗਹਿਣੇ ਲਿਆਉਂਦਾ ਹੈ, ਉਸ ਨੂੰ ਚੰਗੀਆਂ ਚੀਜ਼ਾਂ ਖਾਣ ਲਈ ਦਿੰਦਾ ਸੀ, ਜਿਸ ਕਾਰਨ ਉਹ ਲੜਕੀ ਖੁਸ਼ ਰਹਿੰਦੀ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਮਾਂ ਦੀ ਗੱਲ ਦਾ ਕੀ ਮਤਲਬ ਹੈ, ਪਰ ਅੱਜ ਜਦੋਂ ਉਹ ਵਿਅਕਤੀ ਮੇਰੇ ਸਾਹਮਣੇ ਬੈਠਾ ਸੀ, ਮੈਂ ਸੋਚ ਰਹੀ ਸੀ ਕਿ ਸ਼ਾਇਦ ਅੱਜ ਮੈਨੂੰ ਪਤਾ ਲੱਗੇਗਾ ਕਿ ਇੱਕ ਬੁੱਢਾ ਆਦਮੀ ਇੱਕ ਜਵਾਨ ਔਰਤ ਨੂੰ ਕਿਵੇਂ ਖੁਸ਼ ਕਰਦਾ ਹੈ। ਕਿਉਂਕਿ ਮਾਂ ਕਹਿੰਦੀ ਸੀ ਕਿ ਉਸ ਨੇ ਤਾਂ ਦਾਦਾ ਜੀ ਦੀ ਮਿਸਾਲ ਦੇਖੀ ਹੈ ਜੋ ਬਹੁਤ ਬਜ਼ੁਰਗ ਸੀ। ਉਹ ਮੰਜੇ 'ਤੇ ਪਿਆ ਰਹਿੰਦਾ ਸੀ, ਪਰ ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਇੱਕ ਨੌਜਵਾਨ ਲੜਕੀ ਨਾਲ ਵਿਆਹ ਕਰ ਲਿਆ ਅਤੇ 1 ਮਹੀਨੇ ਵਿੱਚ ਹੀ ਉਸ ਨੇ ਜਵਾਨ ਲੜਕੇ ਵਾਂਗ ਆਪਣੀ ਸਿਹਤ ਬਣਾ ਲਈ ਸੀ। ਉਹ ਘਰ ਦੇ ਸਾਰੇ ਕੰਮ ਕਰਨ ਲੱਗ ਪਏ ਅਤੇ ਖੇਤਾਂ ਵਿੱਚ ਵੀ ਕੰਮ ਕਰਦੇ ਸੀ। ਘਰ ਦੇ ਕੰਮਾਂ ਵਿੱਚ ਆਪਣੀ ਨਵੀਂ ਪਤਨੀ ਦੀ ਬਹੁਤ ਮਦਦ ਕਰਦੇ ਸੀ, ਉਸ ਨੂੰ ਖੁਸ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਸੀ। ਮੇਰੀ ਆਪਣੀ ਜ਼ਿੰਦਗੀ ਬਹੁਤ ਦੁੱਖਾਂ ਵਿੱਚ ਲੰਘੀ ਸੀ, ਪਰ ਮੈਂ ਹੁਣ ਇਸ ਆਉਣ ਵਾਲੀ ਸਥਿਤੀ ਤੋਂ ਖੁਸ਼ ਨਹੀਂ ਸੀ। ਮੇਰੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਹੋ ਗਈ ਸੀ, ਪਰ ਮੇਰੇ ਅੰਦਰ ਕੋਈ ਉਤਸ਼ਾਹ ਨਹੀਂ ਸੀ। ਮੇਰਾ ਪਤੀ ਮੇਰੇ ਦਾਦਾ ਜੀ ਦੀ ਉਮਰ ਦਾ ਸੀ। ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ, ਪਰ ਜਿਵੇਂ ਹੀ ਉਹ ਮੇਰੇ ਕਮਰੇ ਵਿੱਚ ਆਇਆ ਅਤੇ ਮੇਰੇ ਸਾਹਮਣੇ ਬੈਠ ਗਿਆ, ਉਸਨੇ ਅਜਿਹਾ ਕੰਮ ਕੀਤਾ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਉੱਚੀ ਉੱਚੀ ਰੋ ਰਹੀ ਸੀ, ਪਰ ਇਸ ਦਾ ਉਸ 'ਤੇ ਕੋਈ ਅਸਰ ਨਹੀਂ ਹੋਇਆ। ਦੋਸਤੋ, ਅੱਗੇ ਦੀ ਕਹਾਣੀ ਸੁਣਨ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਪਿਛਲੀ ਕਹਾਣੀ ਦੱਸਦੀ ਹਾਂ ਕਿ ਮੈਨੂੰ ਇੱਕ 60 ਸਾਲ ਦੇ ਬਜ਼ੁਰਗ ਨਾਲ ਵਿਆਹ ਕਰਨ ਲਈ ਕਿਉਂ ਮਜਬੂਰ ਕੀਤਾ ਗਿਆ ਸੀ। ਮੇਰਾ ਨਾਮ ਕੰਚਨ ਹੈ। ਮੇਰੀ ਮਾਂ ਬਹੁਤ ਬਿਮਾਰ ਰਹਿੰਦੀ ਸੀ। ਮੇਰੇ ਪਿਤਾ ਜੀ ਇਸ ਦੁਨੀਆ ਵਿੱਚ ਨਹੀਂ ਸਨ। ਮੈਂ 10ਵੀਂ ਜਮਾਤ ਤੱਕ ਹੀ ਪੜ੍ਹ ਸਕੀ, ਉਹ ਵੀ ਜਦੋਂ ਮੇਰੇ ਪਿਤਾ ਜੀ ਜਿੰਦਾ ਸਨ। ਇਸੇ ਲਈ ਮੈਂ 10ਵੀਂ ਤੱਕ ਪੜ੍ਹੀ ਸੀ। ਉਸ ਤੋਂ ਬਾਅਦ ਸਾਡੇ ਕੋਲ ਪੜ੍ਹਨ ਲਈ ਪੈਸੇ ਨਹੀਂ ਸਨ ਅਤੇ ਮੈਂ ਆਪਣੀ ਮਾਂ ਨੂੰ ਇਕੱਲੇ ਛੱਡ ਕੇ ਕਿਸੇ ਸਰਕਾਰੀ ਸਕੂਲ ਵਿੱਚ ਵੀ ਨਹੀਂ ਜਾ ਸਕਦੀ ਸੀ, ਕਿਉਂਕਿ ਉਹ ਬਿਮਾਰ ਰਹਿੰਦੀ ਸੀ ਅਤੇ ਮੈਂ ਉਸ ਨੂੰ ਇਸ ਹਾਲਤ ਵਿੱਚ ਇਕੱਲਾ ਨਹੀਂ ਛੱਡ ਸਕਦੀ ਸੀ। ਇਸ ਲਈ ਮੈਂ ਘਰ ਵਿੱਚ ਰਹਿੰਦੀ ਸੀ ਅਤੇ ਉਸ ਦਾ ਬਹੁਤ ਧਿਆਨ ਰੱਖਦੀ ਸੀ। ਮੈਨੂੰ ਬਹੁਤ ਡਰ ਲੱਗਦਾ ਸੀ ਕਿ ਮੇਰੀ ਮਾਂ ਵੀ ਮੇਰੇ ਪਿਤਾ ਵਾਂਗ ਕਿਤੇ ਮੈਨੂੰ ਛੱਡ ਕੇ ਦੂਰ ਨਾ ਚਲੀ ਜਾਵੇ। ਮੇਰੀ ਮਾਂ ਤੋਂ ਇਲਾਵਾ ਮੇਰੇ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਸੀ। ਮੈਂ ਕੱਪੜੇ ਸਿਲਾਈ ਕਰਨਾ ਜਾਣਦੀ ਸੀ, ਇਸ ਲਈ ਮੈਂ ਕੱਪੜੇ ਸਿਲਾਈ ਕਰਕੇ ਆਪਣਾ ਗੁਜ਼ਾਰਾ ਚਲਾ ਰਹੀ ਸੀ। ਮੇਰੀ ਮਾਂ ਬਹੁਤੀ ਬੁੱਢੀ ਨਹੀਂ ਸੀ, ਸਿਰਫ 35 ਸਾਲਾਂ ਦੀ ਸੀ। ਮੇਰੀ ਉਮਰ 17 ਸਾਲ ਦੀ ਸੀ ਅਤੇ ਮੇਰੀ ਮਾਂ ਦਾ ਵੀ ਛੋਟੀ ਉਮਰ ਵਿੱਚ ਹੀ ਵਿਆਹ ਹੋ ਗਿਆ ਸੀ। ਆਂਢ ਗੁਆਂਢ ਦੇ ਲੋਕ ਮੇਰੀ ਮਾਂ ਨੂੰ ਦੂਜੀ ਵਾਰ ਵਿਆਹ ਕਰਨ ਦੀ ਸਲਾਹ ਦਿੰਦੇ ਸਨ ਤੇ ਕਹਿੰਦੇ ਸਨ, ਹਜੇ ਤਾਂ ਤੇਰੀ ਅੱਗੇ ਸਾਰੀ ਉਮਰ ਪਈ ਹੈ, ਕੱਲ੍ਹ ਨੂੰ ਤੇਰੀ ਧੀ ਦਾ ਵੀ ਵਿਆਹ ਹੋ ਜਾਵੇਗਾ, ਫਿਰ ਤੂੰ ਇਕੱਲੀ ਰਹਿ ਜਾਵੇਂਗੀ। ਜੇ ਇਸ ਤਰ੍ਹਾਂ ਇਕੱਲੀ ਪਈ ਰਹੀ ਤਾਂ ਤੂੰ ਹੋਰ ਵੀ ਬਿਮਾਰ ਹੋ ਜਾਵੇਂਗੀ। ਆਂਢ ਗੁਆਂਢ ਦੀਆਂ ਔਰਤਾਂ ਮੇਰੀ ਮਾਂ ਨੂੰ ਕਹਿੰਦੀਆਂ, ਸੰਗੀਤਾ, ਜੇ ਅੱਜ ਤੇਰਾ ਵਿਆਹ ਹੋ ਗਿਆ ਤਾਂ ਯਕੀਨ ਕਰ, ਤੂੰ ਚੰਗੀ ਭਲੀ ਹੋ ਜਾਵੇਗੀ, ਤੁਹਾਡੇ ਸਰੀਰ ਵਿੱਚ ਕੋਈ ਰੋਗ ਨਹੀਂ ਰਹੇਗਾ। ਉਹਨਾਂ ਔਰਤਾਂ ਦੇ ਚਲੇ ਜਾਣ ਤੋਂ ਬਾਅਦ ਮੈਂ ਆਪਣੀ ਮਾਂ ਕੋਲ ਆਈ ਅਤੇ ਕਿਹਾ, ਮਾਤਾ ਜੀ, ਇਹ ਔਰਤਾਂ ਕਿਉਂ ਕਹਿ ਰਹੀਆਂ ਸਨ ਕਿ ਤੁਸੀਂ ਵਿਆਹ ਕਰਵਾ ਕੇ ਠੀਕ ਹੋ ਜਾਵੋਗੇ? ਮੁਹੱਲੇ ਦੀ ਇੱਕ ਔਰਤ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, ਸੰਗੀਤਾ, ਮੈਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਬਿਮਾਰੀ ਨਹੀਂ ਹੈ, ਤੁਸੀਂ ਸਿਰਫ ਇਕੱਲਾਪਣ ਮਹਿਸੂਸ ਕਰਦੇ ਹੋ। ਇਸ ਇਕੱਲੇਪਣ ਕਾਰਨ ਤੁਸੀਂ ਬਿਮਾਰ ਰਹਿਣ ਲੱਗ ਪਏ ਹੋ। ਜਦੋਂ ਮੈਂ ਮਾਂ ਨੂੰ ਇਹ ਸਭ ਕੁਝ ਪੁੱਛਿਆ ਤਾਂ ਮਾਂ ਮੈਨੂੰ ਕਹਿਣ ਲੱਗੀ ਕਿ ਮੈਂ ਨਹੀਂ ਜਾਣਦੀ ਪੁੱਤਰ, ਇਹ ਦੁਨੀਆ ਬਹੁਤ ਬੁਰੀ ਹੈ। ਇੱਥੇ ਬਹੁਤ ਅਜੀਬ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਮਨ ਬਹੁਤ ਗੰਦਾ ਹੈ ਅਤੇ ਉਹਨਾਂ ਦੇ ਮਨ ਵਿੱਚ ਕੁਝ ਵੀ ਚੰਗਾ ਨਹੀਂ ਆਉਂਦਾ। ਉਹ ਕਦੇ ਵੀ ਦੂਜਿਆਂ ਦੀ ਭਲਾਈ ਕਰਨ ਬਾਰੇ ਨਹੀਂ ਸੋਚਦੇ, ਉਹ ਹਮੇਸ਼ਾ ਬੁਰਾ ਸੋਚਦੇ ਹਨ।
ਲੋਕਾਂ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਨਾ ਦਿਓ। ਇਹ ਲੋਕ ਹਮੇਸ਼ਾ ਉਲਟੀਆਂ ਗੱਲਾਂ ਕਰਦੇ ਹਨ। ਇਹ ਲੋਕ ਹਰ ਰੋਗ ਦਾ ਇਲਾਜ ਸ਼ਾਦੀ ਹੀ ਸਮਝਦੇ ਹਨ। ਸਾਡੇ ਗੁਆਂਢ ਵਿੱਚ ਇੱਕ ਮੁੰਡਾ ਰਹਿੰਦਾ ਸੀ ਜੋ ਬਹੁਤ ਅਜੀਬ ਗੱਲਾਂ ਕਰਦਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਸਦੇ ਗਲੇ ਵਿੱਚ ਕੋਈ ਚੀਜ਼ ਫਸ ਗਈ ਹੋਵੇ ਜਾਂ ਉਸਦਾ ਸਾਹ ਰੁਕਣ ਵਾਲਾ ਹੋਵੇ। ਉਸ ਨੂੰ ਦੌਰੇ ਪੈਂਦੇ ਸਨ। ਸਾਰੇ ਉਸ ਲਈ ਬਹੁਤ ਪਰੇਸ਼ਾਨ ਸੀ। ਕੋਈ ਕਹਿੰਦਾ ਸੀ ਕਿ ਉਸ ਤੇ ਭੂਤ ਦਾ ਸਾਇਆ ਹੈ ਅਤੇ ਕੋਈ ਕਹਿੰਦੇ ਸਨ ਕਿ ਇਹ ਲੜਕਾ ਮਾਨਸਿਕ ਰੋਗੀ ਹੈ। ਕੁਝ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਉਹ ਅਜਿਹਾ ਜਾਣ ਬੁੱਝ ਕੇ ਕਰਦਾ ਹੈ। ਪਰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਜਿਵੇਂ ਹੀ ਉਸ ਦਾ ਵਿਆਹ ਹੋ ਗਿਆ, ਉਹ 2 ਹਫ਼ਤਿਆਂ ਵਿੱਚ ਠੀਕ ਹੋ ਗਿਆ। ਉਸ ਦੀ ਪਤਨੀ ਹੁਣ ਬਹੁਤ ਬਿਮਾਰ ਰਹਿੰਦੀ ਸੀ ਅਤੇ ਹਮੇਸ਼ਾ ਅਜੀਬ ਢੰਗ ਨਾਲ ਤੁਰਦੀ ਸੀ, ਜਿਵੇਂ ਉਸ ਦੀਆਂ ਲੱਤਾਂ ਵਿੱਚ ਬਹੁਤ ਦਰਦ ਹੋਵੇ। ਇੱਕ ਦਿਨ ਮੈਂ ਉਸ ਦੇ ਘਰ ਗਈ ਤਾਂ ਉਸ ਨੂੰ ਕਿਹਾ ਕਿ ਤੁਸੀਂ ਡਾਕਟਰ ਕੋਲ ਕਿਉਂ ਨਹੀਂ ਜਾਂਦੇ? ਤਾਂ ਉਸ ਦੀ ਸੱਸ ਨੇ ਕਿਹਾ ਕਿ ਉਸ ਨੂੰ ਡਾਕਟਰ ਦੀ ਜ਼ਰੂਰਤ ਨਹੀਂ ਹੈ। ਜੋ ਹੋ ਰਿਹਾ ਹੈ ਉਸ ਤੋਂ ਇੰਨਾ ਖੁਸ਼ ਹੋਣਾ ਚਾਹੀਦਾ ਹੈ। ਇਹ ਤਾਂ ਬਹੁਤ ਖੁਸ਼ਕਿਸਮਤ ਕੁੜੀ ਹੈ ਜਿਸ ਨੂੰ ਆਪਣੇ ਪਤੀ ਤੋਂ ਇੰਨਾ ਪਿਆਰ ਮਿਲਦਾ ਹੈ। ਮੈਨੂੰ ਉਸ ਸਮੇਂ ਉਸ ਦੀ ਸੱਸ ਦੀਆਂ ਗੱਲਾਂ ਦੀ ਸਮਝ ਨਹੀਂ ਆਈ। ਜਦੋਂ ਮੈਂ ਘਰ ਆ ਕੇ ਮੇਰੀ ਮਾਂ ਨੂੰ ਪੁੱਛਿਆ ਤਾਂ ਮੇਰੀ ਮਾਂ ਨੇ ਕਿਹਾ ਕਿ ਤੁਹਾਡੀ ਉਮਰ ਨਹੀਂ ਹੈ ਇਹ ਸਭ ਕੁਝ ਜਾਣਨ ਦੀ। ਤੁਸੀਂ ਚੁੱਪ ਰਿਹਾ ਕਰੋ ਅਤੇ ਬਜ਼ੁਰਗਾਂ ਦੇ ਮਾਮਲੇ ਵਿੱਚ ਨਾ ਬੋਲਿਆ ਕਰੋ। ਵਿਆਹੇ ਲੋਕਾਂ ਦੇ ਆਪਣੇ ਮੁੱਦੇ ਹੁੰਦੇ ਹਨ, ਇਸ ਕਰਕੇ ਉਲਟੇ ਸਿੱਧੇ ਸਵਾਲ ਨਹੀਂ ਕਰਦੇ। ਜਦੋਂ ਤੁਹਾਡਾ ਵਿਆਹ ਹੋ ਜਾਵੇਗਾ ਤੁਹਾਨੂੰ ਸਭ ਕੁਝ ਆਪਣੇ ਆਪ ਪਤਾ ਲੱਗ ਜਾਵੇਗਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਲੋਕਾਂ ਦੇ ਵਿਆਹ ਬਾਰੇ ਅਜੇ ਵਿਚਾਰ ਕਿਉਂ ਹੁੰਦੇ ਨੇ। ਕੁਝ ਲੋਕ ਵਿਆਹ ਨੂੰ ਚੰਗੀ ਚੀਜ਼ ਕਹਿੰਦੇ ਹਨ, ਇਸ ਲਈ ਕੁਝ ਲੋਕ ਕਹਿੰਦੇ ਹਨ ਕਿ ਵਿਆਹ ਇੱਕ ਕਲੇਸ਼ ਹੈ। ਵਿਆਹ ਤੋਂ ਬਾਅਦ ਔਰਤ 'ਤੇ ਬਹੁਤ ਜ਼ੁਲਮ ਹੁੰਦੇ ਹਨ। ਪਰ ਮੈਂ ਸੋਚਿਆ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ। ਮੇਰੀ ਇੱਕੋ ਇੱਕ ਚਿੰਤਾ ਮੇਰੀ ਮਾਂ ਸੀ, ਜਿਸ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਘਰ ਦੇ ਖਰਚੇ ਵਿੱਚੋਂ ਕੁਝ ਪੈਸੇ ਬਚਾ ਲਏ ਸਨ। ਉਸ ਪੈਸੇ ਨੂੰ ਆਪਣੀ ਮੁੱਠੀ ਵਿੱਚ ਫੜ ਕੇ ਮੈਂ ਆਪਣੀ ਮਾਂ ਨੂੰ ਹਸਪਤਾਲ ਲੈ ਗਈ। ਡਾਕਟਰਾਂ ਨੇ ਕਿਹਾ ਕਿ ਤੇਰੀ ਮਾਂ ਨੂੰ ਘਾਤਕ ਬਿਮਾਰੀ ਹੈ। ਜੇਕਰ ਜਲਦੀ ਤੋਂ ਜਲਦੀ ਇਲਾਜ ਨਾ ਕਰਵਾਇਆ ਗਿਆ ਤਾਂ ਤੁਹਾਡੀ ਮਾਂ ਦੀ ਜਾਨ ਨੂੰ ਵੱਡਾ ਖਤਰਾ ਹੋ ਸਕਦਾ ਹੈ। ਇਹ ਨਹੀਂ ਕਿਹਾ ਜਾ ਸਕਦਾ ਸੀ ਕਿ ਤੇਰੀ ਮਾਂ ਦੀ ਜ਼ਿੰਦਗੀ ਕਿੰਨੇ ਦਿਨ ਦੀ ਬਚੇਗੀ। ਜੇ ਇਸ ਬਿਮਾਰੀ ਦਾ ਜਲਦੀ ਤੋਂ ਜਲਦੀ ਇਲਾਜ ਨਾ ਕਰਵਾਇਆ ਤਾਂ ਤੁਸੀਂ ਆਪਣੀ ਮਾਂ ਤੋਂ ਹੱਥ ਧੋ ਬੈਠੋਗੇ। ਇਹਨਾਂ ਸਾਰੀਆਂ ਬਿਮਾਰੀਆਂ ਲਈ ਬਹੁਤ ਮਹਿੰਗੀਆਂ ਦਵਾਈਆਂ ਦੀ ਲੋੜ ਹੁੰਦੀ ਹੈ, ਇਸ ਲਈ ਤੁਹਾਨੂੰ ਹਿੰਮਤ ਤੋਂ ਕੰਮ ਲੈਣਾ ਪਵੇਗਾ। ਉਸ ਨੇ ਮੈਨੂੰ ਦਵਾਈ ਲਿਖ ਕੇ ਦਿੱਤੀ। ਪਿੰਡ ਦਾ ਮੈਡੀਕਲ ਸਟੋਰ ਮਾਲਕ ਮੇਰੇ ਪਿਤਾ ਜੀ ਦਾ ਜਾਣਕਾਰ ਸੀ। ਉਸਨੇ ਮੈਨੂੰ 1 ਹਫ਼ਤੇ ਲਈ ਉਧਾਰ ਦਵਾਈ ਦੇ ਦਿੱਤੀ ਅਤੇ ਮੈਨੂੰ ਕਹਿਣ ਲੱਗੀ ਕਿ ਹੌਲੀ ਹੌਲੀ ਪੈਸੇ ਦੇ ਦੇਣਾ, ਨਹੀਂ ਤਾਂ ਮੈਂ ਅਗਲੇ ਹਫ਼ਤੇ ਦਵਾਈ ਨਹੀਂ ਦੇਵਾਂਗਾ। ਜਦੋਂ ਮੈਂ ਆਪਣੀ ਮਾਂ ਨੂੰ ਦਵਾਈ ਦੇਣੀ ਸ਼ੁਰੂ ਕੀਤੀ ਤਾਂ ਮੇਰੀ ਮਾਂ ਦੀ ਹਾਲਤ ਸੁਧਰਨ ਲੱਗੀ। ਇਸ ਦਾ ਮਤਲਬ ਇਹ ਹੈ ਕਿ ਸ਼ਹਿਰ ਦੇ ਡਾਕਟਰ ਨੇ ਠੀਕ ਹੀ ਕਿਹਾ ਸੀ ਕਿ ਇਸ ਬਿਮਾਰੀ ਦੀਆਂ ਦਵਾਈਆਂ ਬਹੁਤ ਮਹਿੰਗੀਆਂ ਹਨ, ਪਰ ਜੇਕਰ ਸਮੇਂ ਸਿਰ ਇਲਾਜ ਕਰਵਾਇਆ ਜਾਵੇ ਤਾਂ ਤੁਹਾਡੀ ਮਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਮੇਰੀ ਮਾਂ ਪਹਿਲਾਂ ਨਾਲੋਂ ਬਹੁਤ ਠੀਕ ਸੀ, ਪਰ ਇਹ ਦਵਾਈਆਂ ਬਹੁਤ ਮਹਿੰਗੀਆਂ ਸਨ। ਪਹਿਲਾਂ ਮੇਰੇ ਕੋਲ ਜਿੰਨੇ ਪੈਸੇ ਸੀ ਮੈਂ ਖਰਚ ਕਰ ਦਿੱਤੇ ਸੀ। ਹੁਣ ਮੈਂ ਇੱਧਰ ਉੱਧਰ ਜਾਣ ਵਾਲੇ ਲੋਕਾਂ ਤੋਂ ਥੋੜਾ ਜਿਹਾ ਕਰਜ਼ਾ ਲੈ ਲਿਆ ਸੀ। ਫਿਰ ਕਿਤੇ ਜਾ ਕੇ 1 ਹਫ਼ਤੇ ਦੀ ਦਵਾਈ ਲੈ ਲਈ। ਮੈਂ ਆਪਣੀ ਮਾਂ ਨੂੰ ਝੂਠ ਬੋਲਿਆ ਕਿ ਦਵਾਈ ਬਹੁਤ ਮਹਿੰਗੀ ਨਹੀਂ ਹੈ। ਮੰਮੀ ਦੀ ਸਿਹਤ ਠੀਕ ਹੋ ਰਹੀ ਸੀ ਤਾਂ ਮੰਮੀ ਬਹੁਤ ਖੁਸ਼ ਸੀ। ਉਹ ਕਹਿਣ ਲੱਗੀ ਕਿ ਤੁਸੀਂ ਮੇਰਾ ਇਲਾਜ ਕਰਵਾ ਦਿੱਤਾ, ਨਹੀਂ ਤਾਂ ਮੈਂ ਬੈੱਡ ਤੇ ਪਈ ਰੱਬ ਨੂੰ ਪਿਆਰੀ ਹੋ ਜਾਂਦੀ। ਕਿਉਂਕਿ ਪਿੰਡ ਦੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਬਿਮਾਰੀ ਕੀ ਹੈ ਅਤੇ ਉਹ ਇਲਾਜ ਵੀ ਨਹੀਂ ਕਰਵਾਉਂਦੇ। ਹੁਣ ਮੈਂ ਆਪਣੀ ਮਾਂ ਨੂੰ ਕੀ ਦੱਸਾਂ ਕਿ ਮੇਰੇ ਕੋਲ ਉਸ ਦੀ ਦਵਾਈ ਲੈਣ ਲਈ ਹੋਰ ਪੈਸੇ ਨਹੀਂ ਸਨ। ਦਵਾਈ ਖਤਮ ਹੋਣ ਵਾਲੀ ਸੀ। ਮੈਂ ਮਜਬੂਰਨ ਮੈਡੀਕਲ ਸਟੋਰ ਤੇ ਮਾਲਕ ਕੋਲ ਗਈ ਅਤੇ ਉਸ ਨੂੰ ਕਿਹਾ ਕਿ ਕਿਰਪਾ ਕਰਕੇ ਹਫ਼ਤੇ ਦੀ ਹੋਰ ਦਵਾਈ ਦੇ ਦਿਓ। ਉਸ ਨੇ ਕਿਹਾ ਕਿ ਤੁਸੀਂ ਅਜੇ ਤੱਕ ਪਿਛਲੇ ਹਫ਼ਤੇ ਦੇ ਪੈਸੇ ਨਹੀਂ ਦਿੱਤੇ ਹਨ ਅਤੇ ਮੈਂ 1 ਹਫ਼ਤੇ ਦੀ ਦਵਾਈ ਨਹੀਂ ਦੇ ਸਕਦਾ। ਇੱਕ ਲੜਕਾ ਮੈਡੀਕਲ ਸਟੋਰ ਤੇ ਕੰਮ ਕਰਦਾ ਸੀ। ਉਸ ਨੂੰ ਮੇਰੀ ਹਾਲਤ ਤੇ ਤਰਸ ਆ ਗਿਆ। ਉਸ ਨੇ ਕਿਹਾ ਕਿ ਮਾਲਿਕ ਵਿਚਾਰੀ ਨੂੰ 1 ਹਫ਼ਤੇ ਦੀ ਹੋਰ ਦਵਾਈ ਦੇ ਦਿਓ, ਉਹ ਹੌਲੀ ਹੌਲੀ ਪੈਸੇ ਦੇ ਦੇਵੇਗੀ। ਪਰ ਮੈਡੀਕਲ ਸਟੋਰ ਦਾ ਮਾਲਕ ਉਸ ਨੂੰ ਝਿੜਕਣ ਲੱਗਾ। ਉਸ ਲੜਕੇ ਨੇ ਫਿਰ ਕਿਹਾ ਕਿ ਮਾਲਕ ਮੇਰੀ ਤਨਖਾਹ ਵਿੱਚੋਂ ਪੈਸੇ ਕੱਟ ਲੈਣਾ, ਪਰ ਕੁੜੀ ਨੂੰ 1 ਹਫ਼ਤੇ ਦੀ ਦਵਾਈ ਹੋਰ ਦੇ ਦਿਓ। ਫਿਰ ਉਸ ਮੁੰਡੇ ਕਰਕੇ ਮੈਨੂੰ 1 ਹਫ਼ਤੇ ਦੀ ਦਵਾਈ ਹੋਰ ਮਿਲ ਗਈ। ਮੈਂ ਉਸ ਲੜਕੇ ਦਾ ਧੰਨਵਾਦ ਕੀਤਾ ਅਤੇ ਆਪਣੇ ਘਰ ਆ ਗਈ।
ਮੈਂ ਆਪਣੀ ਮਾਂ ਨੂੰ ਸਮੇਂ ਸਿਰ ਦਵਾਈ ਦੇਣੀ ਸ਼ੁਰੂ ਕਰ ਦਿੱਤੀ, ਪਰ ਹੁਣ ਮੈਨੂੰ ਚਿੰਤਾ ਹੋ ਗਈ ਸੀ ਕਿ ਮੇਰੇ ਅੱਗੇ ਦੀ ਦਵਾਈਆਂ ਕਿਵੇਂ ਲਾਵਾਂਗੀ। ਜਦੋਂ ਮੁੰਡਾ ਮੈਡੀਕਲ ਤੇ ਕੰਮ ਕਰਦਾ ਸੀ ਤੇ ਉਹ ਮੈਨੂੰ ਆਉਂਦੇ ਜਾਂਦੇ ਰਸਤੇ ਵਿੱਚ ਮਿਲਣ ਲੱਗਾ। ਉਹ ਹਮੇਸ਼ਾ ਮੇਰੇ ਵੱਲ ਦੇਖਦਾ ਰਹਿੰਦਾ ਸੀ। ਹੁਣ ਮੈਨੂੰ ਉਸ ਮੁੰਡੇ ਤੋਂ ਡਰ ਲੱਗ ਰਿਹਾ ਸੀ। ਮੈਂ ਮਨ ਵਿੱਚ ਸੋਚਿਆ ਕਿ ਇਹ ਮੁੰਡਾ ਮੇਰੇ ਨਾਲ ਆਪਣੇ ਪੈਸੇ ਵਸੂਲਣ ਲਈ ਕੋਈ ਗੰਦਾ ਕੰਮ ਨਾ ਕਰੇ, ਪਰ ਇਹ ਖਿਆਲ ਆਉਂਦੇ ਹੀ ਮੇਰਾ ਸਰੀਰ ਕੰਬਣ ਲੱਗਾ। ਹੁਣ ਮੈਂ ਉਸ ਮੁੰਡੇ ਤੋਂ ਬਚ ਕੇ ਨਿਕਲ ਜਾਂਦੀ ਸੀ, ਪਰ ਫਿਰ ਵੀ ਉਹ ਲੜਕਾ ਕਿਤੇ ਨਾ ਕਿਤੇ ਮੇਰੇ ਨਾਲ ਟਕਰਾ ਹੀ ਜਾਂਦਾ ਸੀ। ਅਜਿਹਾ ਲੱਗਦਾ ਸੀ ਜਿਵੇਂ ਉਹ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ, ਪਰ ਮੈਂ ਕਿਵੇਂ ਨਾ ਕਿਵੇਂ ਕਰਕੇ ਉਸ ਤੋਂ ਬਚ ਜਾਂਦੀ ਸੀ। ਹੌਲੀ ਹੌਲੀ ਮਾਂ ਦੀਆਂ ਸਾਰੀਆਂ ਦਵਾਈਆਂ ਖਤਮ ਹੋ ਗਈਆਂ। ਹੁਣ ਮੈਂ ਕੋਲ ਹੋਰ ਕੋਈ ਰਸਤਾ ਨਹੀਂ ਸੀ ਕਿ ਮੈਂ ਆਪਣੀ ਮਾਂ ਦੀਆਂ ਦਵਾਈਆਂ ਖਰੀਦ ਸਕਾਂ। ਮਾਂ ਦੀ ਤਬੀਅਤ ਮੁੜ ਵਿਗੜ ਰਹੀ ਸੀ। ਮੈਨੂੰ 18ਵਾਂ ਸਾਲ ਲੱਗ ਗਿਆ ਸੀ। ਮੈਂ ਬਹੁਤ ਸੁੰਦਰ, ਲੰਬਾ ਕੱਦ ਅਤੇ ਚੰਗੀ ਬਣਦੀ ਤੰਦੀ ਸੀ। ਮੇਰੀ ਮਾਂ ਮੇਰਾ ਰੰਗ ਰੂਪ ਦੇਖ ਕੇ ਡਰ ਜਾਂਦੀ। ਉਹ ਕਹਿੰਦੀ, ਪਤਾ ਨਹੀਂ ਮੇਰੇ ਬਾਅਦ ਤੇਰਾ ਕੀ ਬਣੇਗਾ। ਉਹ ਆਉਣ ਜਾਣ ਵਾਲਿਆਂ ਨੂੰ ਆਖਦੀ ਕਿ ਕੰਚਨ ਦਾ ਵਿਆਹ ਕਰਵਾ ਦਿਓ, ਫਿਰ ਮੈਂ ਸ਼ਾਂਤੀ ਨਾਲ ਮਰ ਸਕਦੀ ਹਾਂ। ਪਰ ਮੈਂ ਆਪਣੀ ਮਾਂ ਨੂੰ ਮਰਦੇ ਨਹੀਂ ਦੇਖ ਸਕਦੀ ਸੀ। ਮੈਂ ਦੁਬਾਰਾ ਉਸ ਮੈਡੀਕਲ ਤੇ ਜਾਣ ਲਈ ਮਜਬੂਰ ਸੀ। ਮੈਂ ਮਜਬੂਰਨ ਉਹੀ ਮੈਡੀਕਲ ਤੇ ਆ ਗਈ। ਮੈਂ ਸੋਚਿਆ ਸੀ ਕਿ ਮੈਂ ਕਿਸੇ ਵੀ ਕੀਮਤ ਤੇ ਉਹੀ ਮੈਡੀਕਲ ਤੋਂ ਦਵਾਈ ਲੈ ਕੇ ਆਵਾਂਗੀ, ਪਰ ਮੈਡੀਕਲ ਵਾਲੇ ਨੇ ਮੈਨੂੰ ਦਵਾਈ ਦੇਣ ਤੋਂ ਮਨਾ ਕਰ ਦਿੱਤਾ। ਅੱਜ ਉਹ ਮੁੰਡਾ ਵੀ ਮੈਡੀਕਲ ਤੇ ਨਹੀਂ ਸੀ। ਮੈਂ ਉਸ ਮੈਡੀਕਲ ਵਾਲੇ ਦੇ ਸਾਹਮਣੇ ਭੀਖ ਮੰਗਣ ਲੱਗੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਫਿਰ ਮੈਂ ਉੱਥੇ ਇੱਕ 60 ਸਾਲ ਦਾ ਬਜ਼ੁਰਗ ਖੜਾ ਸੀ। ਮੈਨੂੰ ਰੋਂਦੀ ਦੇਖ ਕੇ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਕੀ ਗੱਲ ਹੈ ਕੁੜੀਏ, ਇੰਨਾ ਕਿਉਂ ਰੋ ਰਹੀ ਹੈ? ਮੈਂ ਕਿਹਾ, ਹੋਰ ਮੈਂ ਕੀ ਕਰਾਂ? ਜੇਕਰ ਮੇਰੀ ਮਾਂ ਨੂੰ ਸਮੇਂ ਸਿਰ ਦਵਾਈ ਨਾ ਮਿਲੀ ਤਾਂ ਮੇਰੀ ਮਾਂ ਦੀ ਮੌਤ ਹੋ ਸਕਦੀ ਹੈ। ਉਸਨੇ ਕਿਹਾ, ਚਿੰਤਾ ਨਾ ਕਰੋ, ਅਤੇ ਮੈਨੂੰ ਮੇਰੀ ਮਾਂ ਦੀ ਦਵਾਈਆਂ ਅਤੇ ਉਸ ਮੈਡੀਕਲ ਵਾਲੇ ਦੇ ਸਾਰੇ ਪੁਰਾਣੇ ਪੈਸੇ ਦੇ ਦਿੱਤੇ। ਮੈਂ ਉਸ ਦਾ ਧੰਨਵਾਦ ਕੀਤਾ ਅਤੇ ਕਿਹਾ, ਤੁਸੀਂ ਮੇਰੇ ਲਈ ਇਹ ਸਭ ਕਿਉਂ ਕੀਤਾ? ਬੁੱਢਾ ਮੇਰੇ ਸਰੀਰ ਨੂੰ ਦੇਖਦਾ ਹੋਇਆ ਬੋਲਿਆ ਅਤੇ ਕਿਹਾ, ਮੈਂ ਤੇਰੇ ਤੇ ਕੋਈ ਉਪਕਾਰ ਨਹੀਂ ਕੀਤਾ। ਜੇ ਤੁਸੀਂ ਮੇਰੀ ਇੱਕ ਗੱਲ ਮੰਨ ਲਓ ਤਾਂ ਮੈਂ ਤੁਹਾਡੀ ਮਾਂ ਦਾ ਇਲਾਜ ਮੁਫਤ ਕਰਵਾ ਸਕਦਾ ਹਾਂ। ਤੁਹਾਨੂੰ ਇੱਕ ਪੈਸਾ ਵੀ ਵਾਪਸ ਕਰਨ ਦੀ ਲੋੜ ਨਹੀਂ ਪਵੇਗੀ। ਹੁਣ ਤੁਸੀਂ ਘਰ ਜਾ ਕੇ ਮੈਨੂੰ ਆਪਣੇ ਘਰ ਦਾ ਪਤਾ ਦੱਸ ਦਿਓ। ਮੈਂ ਉਸ ਨੂੰ ਆਪਣੇ ਘਰ ਦਾ ਪਤਾ ਦੱਸਿਆ। ਮੈਂ ਆਪਣੀ ਮਾਂ ਨੂੰ ਦੱਸਿਆ ਕਿ ਉਹ ਬਹੁਤ ਵਧੀਆ ਇਨਸਾਨ ਹੈ। ਉਸ ਨੇ ਮੇਰੀ ਮਦਦ ਕੀਤੀ ਹੈ। ਉਹਨਾਂ ਨੇ ਇਹ ਸਾਰੀਆਂ ਦਵਾਈਆਂ ਮੁਫਤ ਦਿੱਤੀਆਂ ਹਨ ਅਤੇ ਭਵਿੱਖ ਵਿੱਚ ਵੀ ਤੁਹਾਡਾ ਇਲਾਜ ਕਰਵਾਉਣ ਦਾ ਵਾਅਦਾ ਕੀਤਾ ਹੈ। ਇਹ ਸਾਰੀਆਂ ਗੱਲਾਂ ਸੁਣ ਕੇ ਮੇਰੀ ਮਾਂ ਬਿਲਕੁਲ ਵੀ ਖੁਸ਼ ਨਜ਼ਰ ਨਹੀਂ ਆ ਰਹੀ ਸੀ। ਅਗਲੇ ਦਿਨ ਉਹ ਬਜ਼ੁਰਗ ਸਾਡੇ ਘਰ ਆਇਆ। ਪਤਾ ਨਹੀਂ ਉਹ ਮੇਰੀ ਮਾਂ ਨਾਲ ਕੀ ਗੱਲਾਂ ਕਰਦਾ ਰਿਹਾ। ਮੈਂ ਆਪਣੇ ਕਮਰੇ ਵਿੱਚ ਚਲੀ ਗਈ ਸੀ ਅਤੇ ਜਦੋਂ ਉਹ ਚਲਾ ਗਿਆ ਤਾਂ ਮੇਰੀ ਮਾਂ ਨੇ ਮੈਨੂੰ ਅਜਿਹੀਆਂ ਗੱਲਾਂ ਕਹੀਆਂ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। ਉਸ ਨੇ ਕਿਹਾ ਕਿ ਇਹ ਬਜ਼ੁਰਗ ਤੁਹਾਡਾ ਰਿਸ਼ਤਾ ਮੰਗਣ ਆਇਆ ਸੀ। ਉਸ ਨੇ ਬਿਨਾਂ ਕਿਸੇ ਇਰਾਦੇ ਤੋਂ ਤੁਹਾਡੀ ਮਦਦ ਨਹੀਂ ਕੀਤੀ। ਉਹ ਬਹੁਤ ਅਮੀਰ ਆਦਮੀ ਹੈ। ਉਹਦਾ ਬਹੁਤਾ ਵੱਡਾ ਕਾਰੋਬਾਰ ਹੈ। ਉਸ ਕੋਲ ਕਾਰ, ਬੰਗਲਾ, ਨੌਕਰ, ਬੈਂਕ ਬੈਲੈਂਸ ਸਭ ਕੁਝ ਹੈ। ਪਰ ਫਿਰ ਵੀ ਮੈਂ ਤੇਰਾ ਉਸ ਨਾਲ ਰਿਸ਼ਤਾ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਤੇਰੇ ਤੋਂ ਬਹੁਤ ਵੱਡਾ ਹੈ। ਮੈਂ ਚੁੱਪ ਹੋ ਗਈ ਅਤੇ ਸਾਰੀ ਰਾਤ ਸੋਚਦੀ ਰਹੀ, ਪਰ ਫਿਰ ਮੈਂ ਫੈਸਲਾ ਕੀਤਾ ਕਿ ਮੈਂ ਉਹ ਬੁੱਢੇ ਨਾਲ ਸ਼ਾਦੀ ਜ਼ਰੂਰ ਕਰੂੰਗੀ ਕਿਉਂਕਿ ਦੌਲਤ ਤੋਂ ਬਿਨਾਂ ਦੁਨੀਆ ਵਿੱਚ ਰਹਿਣਾ ਆਸਾਨ ਨਹੀਂ ਸੀ। ਜਿਨ੍ਹਾਂ ਕੋਲ ਪੈਸਾ ਨਹੀਂ ਹੈ ਉਹਨਾਂ ਲਈ ਇਹ ਦੁਨੀਆ ਨਰਕ ਬਣ ਜਾਂਦੀ ਹੈ ਅਤੇ ਜੇਕਰ ਮੇਰੀ ਮਾਂ ਜਿਉਂਦੀ ਨਾ ਰਹੀ ਤਾਂ ਮੇਰੀ ਅਜਿਹੀ ਸੁੰਦਰ ਇਕੱਲੀ ਕੁੜੀ ਨਾਲ ਇਹ ਸਮਾਜ ਦੇ ਗੰਦੇ ਬਘਿਆੜ ਕੀ ਕਰਨਗੇ। ਮੈਂ ਚੰਗੀ ਤਰ੍ਹਾਂ ਸਮਝ ਸਕਦੀ ਸੀ ਕਿ ਘੱਟੋ ਘੱਟ ਮੈਂ ਇਸ ਬੁੱਢੇ ਆਦਮੀ ਨਾਲ ਵਿਆਹ ਕਰਾ ਕੇ ਇੱਜ਼ਤ ਨਾਲ ਘਰ ਬੈਠੀ ਰਹਾਂਗੀ ਤੇ ਫਿਰ ਮੇਰੀ ਮਾਂ ਵੀ ਠੀਕ ਹੋ ਜਾਂਦੀ। ਜਦੋਂ ਮੈਂ ਆਪਣਾ ਫੈਸਲਾ ਆਪਣੀ ਮਾਂ ਨੂੰ ਦੱਸਿਆ ਤਾਂ ਮੇਰੀ ਮਾਂ ਨੇ ਮੈਨੂੰ ਬਹੁਤ ਕਿਹਾ ਕਿ ਤੂੰ ਅਜਿਹਾ ਨਾ ਕਰ, ਤੇਰੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਫਿਰ ਮੈਂ ਆਪਣੀ ਮਾਂ ਨੂੰ ਸਮਝਾਇਆ। ਮੈਂ ਕਿਹਾ ਕਿ ਮੈਨੂੰ ਅਜਿਹਾ ਕਰਨਾ ਪਵੇਗਾ, ਮੈਂ ਬੇਵੱਸ ਹਾਂ। ਫਿਰ ਉਸ ਨੇ ਦਰਦ ਭਰੀ ਮੁਸਕਰਾਹਟ ਨਾਲ ਕਿਹਾ, ਮਾਂ ਤੁਸੀਂ ਤਾਂ ਕਿਹਾ ਸੀ ਬੁੱਢੇ ਮਰਦ ਆਪਣੀਆਂ ਪਤਨੀਆਂ ਨੂੰ ਬਹੁਤ ਖੁਸ਼ ਰੱਖਦੇ ਹਨ, ਇਸ ਲਈ ਤੁਹਾਡੀ ਧੀ ਵੀ ਬਹੁਤ ਖੁਸ਼ ਰਹੇਗੀ। ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਓ। ਮੇਰੀ ਮਾਂ ਦੀਆਂ ਅੱਖਾਂ ਵਿੱਚ ਵੀ ਮਜਬੂਰੀ ਦੇ ਹੰਝੂ ਆ ਗਏ। ਮੇਰੀ ਮਾਂ ਚੁੱਪ ਹੋ ਗਈ। ਫਿਰ ਮੈਂ ਬਹੁਤ ਹੀ ਸਾਦਗੀ ਨਾਲ
ਉਸ ਬੁੱਢੇ ਆਦਮੀ ਨਾਲ ਵਿਆਹ ਕੀਤਾ, ਉਹ ਬਹੁਤ ਖੁਸ਼ ਸੀ। ਉਸ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲੀ ਨਜ਼ਰ ਵਿੱਚ ਪਸੰਦ ਕਰ ਲਿਆ ਸੀ, ਤੁਸੀਂ ਬਹੁਤ ਸੁੰਦਰ ਹੋ। ਵਿਆਹ ਦਾ ਸਾਰਾ ਖਰਚਾ ਉਸ ਨੇ ਖੁਦ ਚੁੱਕਿਆ ਸੀ। ਵਿਆਹ ਧੂਮਧਾਮ ਨਾਲ ਨਹੀਂ ਹੋਇਆ ਸੀ, ਪਰ ਜਦੋਂ ਮੈਨੂੰ ਦੁਲਹਨ ਬਣਾਇਆ ਗਿਆ ਸੀ, ਮੇਰੇ ਪਹਿਨਣ ਲਈ ਮੇਰੇ ਸਾਹਮਣੇ ਪਏ ਗਹਿਣੇ ਦੇਖ ਕੇ ਮੈਂ ਦੰਗ ਰਹਿ ਗਈ। ਵਿਆਹ ਤੋਂ ਬਾਅਦ ਉਹ ਮੈਨੂੰ ਆਪਣੇ ਘਰ ਲੈ ਗਿਆ। ਮੇਰੀ ਮਾਂ ਬਿਮਾਰ ਸੀ ਅਤੇ ਉਹ ਘਰ ਵਿੱਚ ਇਕੱਲੀ ਨਹੀਂ ਰਹਿ ਸਕਦੀ ਸੀ। ਇਸ ਲਈ ਮੇਰੇ ਪਤੀ ਨੇ ਮੇਰੀ ਮਾਂ ਲਈ ਇੱਕ ਨਰਸ ਦਾ ਇੰਤਜ਼ਾਮ ਕੀਤਾ, ਜੋ ਹੁਣ 24 ਘੰਟੇ ਮੇਰੀ ਮਾਂ ਦੀ ਦੇਖਭਾਲ ਕਰਦੀ ਅਤੇ ਉਸ ਦੇ ਨਾਲ ਉਹ ਘਰ ਦੇ ਕੰਮ ਵੀ ਕਰਦੀ ਸੀ, ਜਿਸ ਲਈ ਮੇਰੇ ਪਤੀ ਨੇ ਉਸ ਨਰਸ ਨੂੰ ਮੋਟੀ ਰਕਮ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ ਮੇਰੇ ਪਤੀ ਨੇ ਨਰਸ ਨੂੰ ਬੜੇ ਜ਼ੋਰ ਨਾਲ ਕਿਹਾ ਕਿ ਜੇਕਰ ਕੋਈ ਗਲਤੀ ਹੋ ਗਈ ਤਾਂ 1 ਪੈਸਾ ਵੀ ਨਹੀਂ ਮਿਲੇਗਾ। ਮੇਰੀ ਸੱਸ ਦੀ ਸੇਵਾ ਦਿਲ ਲਗਾ ਕੇ ਕਰਨੀ ਹੈ। ਜੇਕਰ ਕੋਈ ਗਲਤੀ ਹੋ ਗਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਮੈਂ ਮਨ ਹੀ ਮਨ ਸੋਚਦੀ ਕਿ ਮੇਰੀ ਮਾਂ ਕਿਹਾ ਕਰਦੀ ਸੀ ਕਿ ਬੁੱਢੇ ਆਦਮੀ ਜਵਾਨ ਕੁੜੀਆਂ ਨੂੰ ਬਹੁਤ ਖੁਸ਼ ਰੱਖਦੇ ਹਨ ਅਤੇ ਉਸ ਦੀ ਬਹੁਤ ਸੇਵਾ ਕਰਦੇ ਹਨ। ਮੈਂ ਅਜੇ ਕਈ ਮਾਮਲੇ ਦੇਖੇ ਜਿਨ੍ਹਾਂ ਵਿੱਚ ਕੁੜੀ ਬਹੁਤ ਸੋਹਣੀ ਹੁੰਦੀ ਹੈ, ਪਰ ਜਦੋਂ ਉਸ ਦਾ ਪਤੀ ਉਸ ਨੂੰ ਪਿਆਰ ਨਹੀਂ ਕਰਦਾ, ਉਸ ਦੀ ਕੇਅਰ ਨਹੀਂ ਕਰਦਾ, ਤਾਂ ਉਹ ਕੁੜੀ ਕਮਜ਼ੋਰ ਹੋ ਕੇ ਬਹੁਤ ਬਦਸੂਰਤ ਹੋ ਜਾਂਦੀ ਹੈ। ਪਰ ਉਹੀ ਬਦਸੂਰਤ ਕੁੜੀਆਂ ਵੀ ਆਪਣੇ ਪਤੀ ਦਾ ਪਿਆਰ ਪਾ ਕੇ ਫੁੱਲ ਵਾਂਗ ਖਿੜ ਜਾਂਦੀਆਂ ਹਨ। ਅਤੇ ਇਹ ਸੋਚ ਕੇ ਮੈਂ ਆਪਣੇ ਮਨ ਨੂੰ ਸਮਝਾ ਰਹੀ ਸੀ ਕਿ ਜੇ ਮੇਰਾ ਪਤੀ ਬੁੱਢਾ ਹੈ ਤਾਂ ਕੀ ਹੋਇਆ, ਘੱਟੋ ਘੱਟ ਉਹ ਸਹੀ ਦੇਖਭਾਲ ਤਾਂ ਕਰਦਾ ਹੈ। ਮੈਂ ਆਪਣੇ ਮਨ ਵਿੱਚ ਆਪਣੇ ਆਪ ਨੂੰ ਤਸੱਲੀ ਦੇ ਰਹੀ ਸੀ। ਅੱਜ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਸੀ। ਮੈਂ ਸੁਹਾਗ ਦੇ ਮੰਜੇ ਤੇ ਬੈਠੀ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ। ਜਦੋਂ ਉਹ ਮੇਰੇ ਕਮਰੇ ਵਿੱਚ ਆਇਆ ਤਾਂ ਉਹ ਪਰੇਸ਼ਾਨ ਲੱਗ ਰਿਹਾ ਸੀ। ਮੈਂ ਆਪਣੇ ਸਹੁਰੇ ਘਰ ਕੋਈ ਮਹਿਮਾਨ ਨਹੀਂ ਦੇਖਿਆ। ਲੱਗਦਾ ਸੀ ਕਿ ਉਸਨੇ ਕਿਸੇ ਨੂੰ ਵੀ ਨਹੀਂ ਬੁਲਾਇਆ। ਮੈਂ ਕਿਹਾ, ਕੀ ਗੱਲ ਹੈ, ਤੁਸੀਂ ਪਰੇਸ਼ਾਨ ਲੱਗ ਰਹੇ ਹੋ? ਤਾਂ ਉਸਨੇ ਕਿਹਾ ਕਿ ਨਹੀਂ, ਮੈਂ ਪਰੇਸ਼ਾਨ ਨਹੀਂ ਹਾਂ। ਫਿਰ ਉਸਨੇ ਮੈਨੂੰ ਇੱਕ ਤੋਹਫਾ ਦਿੱਤਾ ਜੋ ਹੀਰਿਆਂ ਦਾ ਹਾਰ ਸੀ ਅਤੇ ਇਹ ਇੰਨਾ ਸੁੰਦਰ ਸੀ ਕਿ ਮੈਂ ਇਸ ਨੂੰ ਦੇਖ ਕੇ ਹੈਰਾਨ ਰਹਿ ਗਈ। ਮੈਂ ਕਿਹਾ, ਇੰਨਾ ਮਹਿੰਗਾ ਤੋਹਫਾ ਦੇਣ ਦੀ ਕੀ ਲੋੜ ਸੀ? ਉਸਨੇ ਕਿਹਾ, ਇਹ ਤੁਹਾਡੇ ਲਈ ਹੈ ਅਤੇ ਅੱਜ ਤੋਂ ਤੁਸੀਂ ਮੇਰੇ ਲਈ ਸਭ ਤੋਂ ਕੀਮਤੀ ਹੋ, ਇਸ ਲਈ ਮੇਰਾ ਸਭ ਕੁਝ ਤੁਹਾਡਾ ਹੈ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਦੁਨੀਆ ਦੇ ਸਾਰੇ ਸੁੱਖ ਸਹੂਲਤਾਂ ਦੇ ਸਕਾਂ। ਪਤੀ ਦੀਆਂ ਇਹ ਗੱਲਾਂ ਸੁਣ ਕੇ ਮੈਂ ਬਹੁਤ ਖੁਸ਼ ਹੋਈ। ਮੈਂ ਖੁਸ਼ੀ ਨਾਲ ਉਸ ਨੂੰ ਪੁੱਛਿਆ ਕਿ ਤੁਸੀਂ ਮੇਰੀ ਮਾਂ ਦਾ ਧਿਆਨ ਵੀ ਰੱਖੋਗੇ? ਉਸਨੇ ਕਿਹਾ, ਹਾਂ, ਮੈਂ ਤੁਹਾਡੀ ਮਾਂ ਦਾ ਧਿਆਨ ਵੀ ਰੱਖਾਂਗਾ। ਤੁਹਾਡੀ ਮਾਂ ਬਿਲਕੁਲ ਠੀਕ ਹੋ ਜਾਵੇਗੀ। ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਤੋਂ ਪਹਿਲਾਂ 2 ਵਾਰ ਵਿਆਹਿਆ ਸੀ। ਜਦੋਂ ਮੈਂ ਕਿਹਾ ਤੁਹਾਡੀਆਂ ਦੋਵੇਂ ਪਤਨੀਆਂ ਕਿੱਥੇ ਹਨ, ਉਹਨਾਂ ਨੇ ਕਿਹਾ ਕਿ ਹੁਣ ਉਹ ਮੇਰੀ ਜ਼ਿੰਦਗੀ 'ਚ ਨਹੀਂ ਹਨ ਤੇ ਉਹ ਇਸ ਦੁਨੀਆ 'ਚ ਹੀ ਨਹੀਂ ਹਨ। ਮੈਂ ਕਿਹਾ, ਕਿਉਂ? ਉਹਨਾਂ ਨੂੰ ਕੋਈ ਬਿਮਾਰੀ ਸੀ? ਤਾਂ ਇਸ ਗੱਲ ਦਾ ਉਹਨਾਂ ਨੇ ਬਹਾਨਾ ਬਣਾ ਲਿਆ। ਉਸਨੇ ਕਿਹਾ, ਤੁਹਾਡਾ ਕੀ ਖਿਆਲ ਹੈ, ਲੋਕ ਬਿਮਾਰੀ ਨਾਲ ਹੀ ਮਰਦੇ ਹਨ? ਮੈਂ ਕਿਹਾ, ਤੁਹਾਡਾ ਕੀ ਮਤਲਬ ਹੈ? ਉਸਨੇ ਕਿਹਾ, ਕਈ ਵਾਰ ਲੋਕਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲਦੀ ਹੈ। ਮੈਂ ਉਹਨਾਂ ਦੀਆਂ ਗੋਲ-ਗੋਲ ਗੱਲਾਂ ਨੂੰ ਸਮਝ ਨਹੀਂ ਸਕੀ ਕਿ ਉਹ ਆਖਰ ਕੀ ਕਹਿਣਾ ਚਾਹੁੰਦਾ ਹੈ। ਫਿਰ ਉਸਨੇ ਮੇਰਾ ਹੱਥ ਫੜਿਆ ਅਤੇ ਕਿਹਾ ਕਿ ਤੁਸੀਂ ਬਹੁਤ ਸੁੰਦਰ ਹੋ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਪ੍ਰਤੀ ਵਫਾਦਾਰ ਬਣੋ। ਮੈਂ ਕਿਹਾ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗੀ ਅਤੇ ਵੈਸੇ ਵੀ ਸਮਾਜ ਨੇ ਮੈਨੂੰ ਬਹੁਤ ਸਿਆਣਪ ਸਿਖਾਈ ਹੈ। ਉਸਨੇ ਕਿਹਾ ਕਿ ਤੁਹਾਡੀ ਅਕਲ ਨੂੰ ਵੀ ਦੇਖ ਲਵਾਂਗੇ। ਕੁਝ ਦੇਰ ਬਾਅਦ ਮੇਰੇ ਪਤੀ ਕਮਰੇ ਤੋਂ ਬਾਹਰ ਚਲਾ ਗਿਆ। ਮੈਂ ਸੋਚ ਰਹੀ ਸੀ ਕਿ ਮੇਰਾ ਪਤੀ ਬਾਹਰ ਕਿਉਂ ਚਲਾ ਗਿਆ। ਮੈਂ ਉੱਥੇ ਹੀ ਬੈੱਡ ਤੇ ਬੈਠੀ ਆਪਣੇ ਪਤੀ ਦੀ ਉਡੀਕ ਕਰਨ ਲੱਗੀ। ਉਦੋਂ ਹੀ ਇੱਕ ਬਹੁਤ ਹੀ ਸੁੰਦਰ ਅਤੇ ਜਵਾਨ ਮੁੰਡਾ ਮੇਰੇ ਕਮਰੇ ਵਿੱਚ ਦਾਖਲ ਹੋਇਆ। ਮੈਂ ਥੋੜਾ ਹੈਰਾਨ ਸੀ, ਉਹ ਮੇਰੇ ਕਮਰੇ ਵਿੱਚ ਕਿਉਂ ਆਇਆ ਹੈ। ਆਉਂਦਿਆਂ ਹੀ ਉਸਨੇ ਬੜੇ ਆਦਰ ਨਾਲ ਮੈਨੂੰ ਨਮਸਤੇ ਕੀਤਾ ਅਤੇ ਕਿਹਾ ਕਿ ਭਾਬੀ ਜੀ, ਮੈਂ ਤੁਹਾਡਾ ਛੋਟਾ ਦੇਵਰ ਹਾਂ। ਤੁਸੀਂ ਬਹੁਤ ਸੋਹਣੇ ਹੋ। ਮੈਂ ਇਹ ਵੀ ਸੋਚਿਆ ਕਿ ਉਹ ਮੇਰੇ ਦੇਵਰ ਹੈ, ਇਸ ਲਈ ਮੈਨੂੰ ਉਸ ਨਾਲ ਵੀ ਇੱਜ਼ਤ ਨਾਲ ਪੇਸ਼ ਆਉਣਾ ਚਾਹੀਦਾ ਹੈ, ਕਿਤੇ ਮੇਰੇ ਪਤੀ ਨੂੰ ਬੁਰਾ ਨਾ ਲੱਗੇ। ਜੇਕਰ ਮੈਂ ਉਸ ਨਾਲ ਦੁਰਵਿਵਹਾਰ ਕੀਤਾ ਤਾਂ ਮੇਰੇ ਪਤੀ ਨੂੰ ਗੁੱਸਾ ਆ ਸਕਦਾ ਹੈ ਅਤੇ ਇਸ ਸਮੇਂ ਮੈਂ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ ਸੀ, ਕਿਉਂਕਿ ਮੇਰੀ ਮਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਉਹ ਮੇਰੇ ਪਤੀ ਹੀ ਕਰਵਾ ਰਹੇ ਸਨ। ਮੇਰਾ ਦੇਵਰ ਬੈੱਡ ਤੇ ਦੂਜੇ ਪਾਸੇ ਬੈਠ ਗਿਆ ਅਤੇ ਕਹਿਣ ਲੱਗਾ ਕਿ ਭਾਬੀ, ਮੈਂ ਤੁਹਾਡੇ ਲਈ ਤੋਹਫਾ ਲਿਆਇਆ ਹਾਂ, ਕਿਉਂਕਿ ਤੁਸੀਂ ਮੇਰੀ ਇਕਲੌਤੀ ਭਰਜਾਈ ਹੋ। ਉਹ ਮੇਰੇ ਲਈ ਸੋਨੇ ਦੀ ਮੁੰਦਰੀ ਲੈ ਕੇ ਆਇਆ। ਮੈਂ ਕਿਹਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਸਨੇ ਕਿਹਾ, ਮੈਂ ਇਹ ਅੰਗੂਠੀ ਤੁਹਾਡੀ ਉਂਗਲੀ 'ਚ ਪਾਉਣਾ ਚਾਹੁੰਦਾ ਹਾਂ। ਜਦੋਂ ਮੈਂ ਥੋੜਾ ਜਿਹਾ ਹੈਰਾਨ ਹੋ ਕੇ ਉਸ ਵੱਲ ਦੇਖਣ ਲੱਗੀ ਤਾਂ ਉਸਨੇ ਕਿਹਾ, ਚਿੰਤਾ ਨਾ ਕਰੋ,
ਮੈਂ ਮੁੰਦਰੀ ਹੀ ਪਾ ਰਿਹਾ ਹਾਂ। ਉਸ ਦੇ ਬੋਲਾਂ ਵਿੱਚ ਕੁਝ ਅਜੀਬ ਜਿਹਾ ਅਹਿਸਾਸ ਸੀ ਜੋ ਮੈਂ ਸਮਝ ਨਹੀਂ ਸਕੀ। ਮੈਂ ਨਾ ਚਾਹੁੰਦੇ ਹੋਏ ਵੀ ਉਸ ਵੱਲ ਹੱਥ ਵਧਾ ਦਿੱਤਾ। ਉਸਨੇ ਮੇਰਾ ਹੱਥ ਫੜ ਲਿਆ। ਉਸਨੇ ਕਿਹਾ, ਭਾਬੀ ਤੁਸੀਂ ਬਹੁਤ ਸੋਹਣੇ ਹੋ। ਤੁਹਾਡੇ ਹੱਥ ਬਹੁਤ ਨਰਮ ਅਤੇ ਨਾਜ਼ੁਕ ਹਨ। ਤੁਹਾਡੀ ਉਮਰ ਬਹੁਤ ਛੋਟੀ ਹੈ। ਮੈਂ ਤੁਹਾਡੀ ਤਾਰੀਫ ਕਰ ਰਿਹਾ ਹਾਂ। ਤੁਹਾਨੂੰ ਬੁਰਾ ਤਾਂ ਨਹੀਂ ਲੱਗਦਾ? ਵੈਸੇ ਇਹ ਸਭ ਕੁਝ ਮੈਨੂੰ ਅਜੀਬ ਲੱਗ ਰਿਹਾ ਸੀ। ਮੈਨੂੰ ਲੱਗਾ ਜਿਵੇਂ ਕੁਝ ਗਲਤ ਹੋ ਰਿਹਾ ਹੈ। ਉਹ ਹੁਣ ਮੇਰੇ ਹੱਥਾਂ ਨੂੰ ਹਲਕਾ ਜਿਹਾ ਸਹਿਲਾ ਰਿਹਾ ਸੀ। ਮੈਂ ਆਪਣਾ ਹੱਥ ਉਸਦੇ ਹੱਥ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਮੈਂ ਚਾਹੁੰਦੀ ਸੀ ਕਿ ਉਹ ਜਲਦੀ ਤੋਂ ਜਲਦੀ ਮੇਰਾ ਹੱਥ ਛੱਡ ਦੇਵੇ, ਪਰ ਉਹ ਮੇਰਾ ਹੱਥ ਨਹੀਂ ਛੱਡ ਰਿਹਾ ਸੀ। ਉਹ ਮੇਰਾ ਹੱਥ ਫੜ ਕੇ ਮੇਰੇ ਨਾਲ ਗੱਲ ਕਰ ਰਿਹਾ ਸੀ, ਪਰ ਉਸ ਨੇ ਅਜੇ ਮੇਰੀ ਉਂਗਲੀ ਤੇ ਅੰਗੂਠੀ ਨਹੀਂ ਪਾਈ ਸੀ। ਉਦੋਂ ਹੀ ਮੇਰਾ ਪਤੀ ਕਮਰੇ ਵਿੱਚ ਦਾਖਲ ਹੋਇਆ। ਉਸ ਦੇ ਚਿਹਰੇ ਤੇ ਗੁੱਸਾ ਸੀ। ਮੈਂ ਇੱਕਦਮ ਘਬਰਾ ਗਈ ਅਤੇ ਆਪਣੇ ਹੱਥ ਨੂੰ ਜ਼ੋਰ ਨਾਲ ਖਿੱਚਿਆ, ਪਰ ਉਸਨੇ ਫਿਰ ਵੀ ਮੇਰਾ ਹੱਥ ਨਹੀਂ ਛੱਡਿਆ। ਅਤੇ ਜਦੋਂ ਉਸਨੇ ਪਿੱਛੇ ਮੁੜ ਕੇ ਆਪਣੇ ਵੱਡੇ ਭਰਾ ਨੂੰ ਦੇਖਿਆ ਤਾਂ ਉਹ ਜਲਦੀ ਨਾਲ ਮੇਰਾ ਹੱਥ ਛੱਡ ਕੇ ਕਮਰੇ ਤੋਂ ਚਲਾ ਗਿਆ। ਮੇਰੇ ਪਤੀ ਨੇ ਗੁੱਸੇ ਵਿੱਚ ਕਿਹਾ, ਤੁਸੀਂ ਤਾਂ ਕਹਿ ਰਹੇ ਸੀ ਕਿ ਤੁਸੀਂ ਸਮਝਦਾਰੀ ਨਾਲ ਕੰਮ ਕਰੋਗੇ ਅਤੇ ਮੇਰੇ ਪ੍ਰਤੀ ਵਫਾਦਾਰ ਰਹੋਗੇ, ਪਰ ਇਹ ਕਿਹੋ ਜਿਹੀ ਬੇਵਫਾਈ ਹੈ ਕਿ ਇੱਕ ਅਜਨਬੀ ਤੁਹਾਡੇ ਕਮਰੇ ਵਿੱਚ ਆ ਗਿਆ ਅਤੇ ਤੁਸੀਂ ਉਸ ਨੂੰ ਆਪਣਾ ਹੱਥ ਦੇ ਦਿੱਤਾ। ਮੈਂ ਕਿਹਾ, ਉਹ ਕੋਈ ਗੈਰ ਮਰਦ ਨਹੀਂ, ਤੁਹਾਡਾ ਛੋਟਾ ਭਰਾ ਸੀ। ਉਹ ਗੁੱਸੇ ਨਾਲ ਕਹਿਣ ਲੱਗਾ, ਕੀ ਗੱਲ ਕਰ ਰਹੇ ਹੋ? ਉਹ ਮੇਰਾ ਭਰਾ ਨਹੀਂ ਸੀ। ਮੈਂ ਤੁਹਾਡਾ ਇਮਤਿਹਾਨ ਲੈ ਰਿਹਾ ਸੀ ਜਿਸ ਵਿੱਚ ਤੁਸੀਂ ਹੁਣ ਫੇਲ ਹੋ ਗਏ ਹੋ ਅਤੇ ਤੁਹਾਨੂੰ ਇਸ ਦੀ ਸਜ਼ਾ ਜ਼ਰੂਰ ਮਿਲੇਗੀ। ਜੋ ਹੱਥ ਤੂੰ ਉਸ ਗੈਰ ਮਨੁੱਖ ਦੇ ਹੱਥ ਵਿੱਚ ਦਿੱਤੇ ਸਨ, ਹੁਣ ਮੈਂ ਉਹ ਦੋਵੇਂ ਹੱਥ ਵੱਢ ਦਿਆਂਗਾ। ਇਹ ਕਹਿ ਕੇ ਉਹ ਮੇਰੇ ਵੱਲ ਵਧਿਆ ਤੇ ਮੈਂ ਹੈਰਾਨ ਰਹਿ ਗਈ। ਮੈਂ ਉੱਚੀ ਉੱਚੀ ਰੋਣ ਲੱਗ ਪਈ। ਉਹ ਬੰਦਾ ਪਾਗਲ ਸੀ। ਸ਼ਾਇਦ ਇਹ ਬੁੱਢਾ ਹੀ ਆਪਣੀਆਂ ਦੋਹਾਂ ਪਤਨੀਆਂ ਦੀ ਮੌਤ ਦਾ ਜ਼ਿੰਮੇਵਾਰ ਸੀ। ਮੈਂ ਸਮਝ ਗਈ ਸੀ ਕਿ ਉਹ ਕੋਈ ਸਧਾਰਨ ਵਿਅਕਤੀ ਨਹੀਂ ਸੀ। ਮੈਂ ਹਜੇ ਰੌਲਾ ਪਾਉਣਾ ਹੀ ਸ਼ੁਰੂ ਕਰ ਦਿੱਤਾ ਸੀ ਕਿ ਕੋਈ ਮੇਰੀ ਮਦਦ ਕਰੇ, ਪਰ ਉਹ ਗੁੱਸੇ ਨਾਲ ਮੇਰੇ ਵੱਲ ਆ ਰਿਹਾ ਸੀ, ਪਰ ਮੇਰੀਆਂ ਚੀਕਾਂ ਸੁਣਨ ਵਾਲਾ ਕੋਈ ਨਹੀਂ ਸੀ। ਮੈਂ ਸੋਚਿਆ ਕਿ ਅੱਜ ਮੈਂ ਮਰ ਜਾਵਾਂਗੀ। ਵਾਹਿਗੁਰੂ, ਤੁਸੀਂ ਹੀ ਮੇਰੀ ਰੱਖਿਆ ਕਰੋ। ਤੁਸੀਂ ਹੀ ਮੈਨੂੰ ਇਸ ਪਾਗਲ ਆਦਮੀ ਤੋਂ ਬਚਾਓ। ਮੈਂ ਅੱਖਾਂ ਬੰਦ ਕਰ ਲਈਆਂ ਤੇ ਦਿਲੋਂ ਰੱਬ ਨੂੰ ਯਾਦ ਕਰਨ ਲੱਗੀ। ਤਦ ਅਚਾਨਕ ਉਹ ਬੁੱਢਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਿਵੇਂ ਹੀ ਉਹ ਡਿੱਗਿਆ, ਮੈਂ ਝੱਟ ਦੂਜੇ ਕਮਰੇ ਵਿੱਚ ਆ ਗਈ। ਸਵੇਰੇ ਪਤਾ ਲੱਗਾ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਖੈਰ, ਮੇਰੀ ਜਾਨ ਬਚ ਗਈ ਅਤੇ ਮੈਂ ਆਪਣੇ ਘਰ ਆ ਗਈ। ਉਸ ਦੀ ਸਾਰੀ ਦੌਲਤ ਉਸ ਦੇ ਭਰਾ ਦੇ ਨਾਮ ਚਲੀ ਗਈ ਸੀ, ਕਿਉਂਕਿ ਉਸ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਆਪਣੇ ਭਰਾ ਦੇ ਨਾਮ ਕਰ ਦਿੱਤੀ ਸੀ। ਉਸ ਦੀ ਮੌਤ ਤੋਂ ਬਾਅਦ ਮੇਰੇ ਕੋਲ ਹੁਣ ਸਿਰਫ ਇੱਕ ਹੀਰਿਆਂ ਦਾ ਹਾਰ ਸੀ ਜੋ ਉਸਨੇ ਮੈਨੂੰ ਸੁਹਾਗਰਾਤ ਵਾਲੇ ਦਿਨ ਦਿੱਤਾ ਸੀ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਬਜ਼ੁਰਗ ਦੀ ਪਹਿਲੀ ਪਤਨੀ ਨੇ ਉਸ ਨਾਲ ਧੋਖਾ ਕੀਤਾ ਸੀ ਅਤੇ ਕਿਸੇ ਹੋਰ ਆਦਮੀ ਨਾਲ ਫਰਾਰ ਹੋ ਗਈ ਸੀ। ਇਸੇ ਲਈ ਉਸ ਦੇ ਮਨ ਵਿੱਚ ਇਹ ਗੱਲ ਬੈਠ ਗਈ ਸੀ ਕਿ ਔਰਤਾਂ ਬੇਵਫਾ ਹੁੰਦੀਆਂ ਹਨ। ਅਤੇ ਜਦੋਂ ਉਸ ਨੇ ਦੂਜਾ ਵਿਆਹ ਕੀਤਾ ਅਤੇ ਆਪਣੀ ਦੂਜੀ ਪਤਨੀ ਦਾ ਟੈਸਟ ਵੀ ਲਿਆ ਤਾਂ ਉਹ ਟੈਸਟ ਵਿੱਚੋਂ ਫੇਲ ਹੋ ਗਈ ਅਤੇ ਫਿਰ ਉਸ ਨੇ ਆਪਣੀ ਦੂਜੀ ਪਤਨੀ ਨੂੰ ਬਹੁਤ ਬੁਰੀ ਤਰ੍ਹਾਂ ਸਜ਼ਾ ਦਿੱਤੀ ਸੀ। ਪਰ ਮੈਨੂੰ ਮੇਰੇ ਪਰਮਾਤਮਾ ਨੇ ਬਚਾ ਲਿਆ ਸੀ। ਇਸ ਲਈ ਉਹ ਬਜ਼ੁਰਗ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਾ ਹੋ ਸਕਿਆ ਅਤੇ ਉਸ ਤੋਂ ਪਹਿਲਾਂ ਉਹ ਖੁਦ ਹੀ ਰੱਬ ਕੋਲ ਚਲਾ ਗਿਆ। ਪਤੀ ਪਤਨੀ ਦਾ ਰਿਸ਼ਤਾ ਭਰੋਸੇ ਤੇ ਟਿਕਿਆ ਹੁੰਦਾ ਹੈ ਅਤੇ ਜਦੋਂ ਇਹ ਭਰੋਸਾ ਟੁੱਟ ਜਾਂਦਾ ਹੈ ਤਾਂ ਇਸ ਰਿਸ਼ਤੇ ਦਾ ਕੋਈ ਮਤਲਬ ਨਹੀਂ ਰਹਿੰਦਾ। ਇਸ ਬੁੱਢੇ ਦਾ ਵੀ ਵਿਸ਼ਵਾਸ ਟੁੱਟ ਗਿਆ ਸੀ ਅਤੇ ਉਸ ਦਾ ਦੁਨੀਆ ਦੀ ਹਰ ਔਰਤ ਤੇ ਵਿਸ਼ਵਾਸ ਉੱਠ ਗਿਆ ਸੀ। ਮੈਂ ਰੱਬ ਦਾ ਸ਼ੁਕਰ ਕੀਤਾ ਕਿ ਮੇਰੀ ਜਾਨ ਬਚ ਗਈ। ਉਸ ਹੀਰਿਆਂ ਦਾ ਹਾਰ ਵੇਚ ਕੇ ਜੋ ਪੈਸੇ ਮੇਰੇ ਕੋਲ ਆਏ, ਉਸ ਨਾਲ ਮੈਂ ਆਪਣੀ ਮਾਂ ਦਾ ਇਲਾਜ ਕਰਵਾਉਣ ਲੱਗ ਪਈ। ਮੇਰੀ ਮਾਂ ਹੁਣ ਹੌਲੀ-ਹੌਲੀ ਠੀਕ ਹੋ ਰਹੀ ਸੀ। ਡਾਕਟਰਾਂ ਨੇ ਕਿਹਾ ਸੀ ਕਿ ਜਲਦੀ ਹੀ ਤੁਹਾਡੀ ਮਾਂ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਅਤੇ ਇੱਕ ਦਿਨ ਮੈਂ ਮੇਰੀ ਮਾਂ ਨੂੰ ਬਿਠਾ ਕੇ ਦਵਾਈ ਖਵਾ ਰਹੀ ਸੀ। ਜਦੋਂ ਉਹੀ ਮੈਡੀਕਲ ਵਾਲਾ ਮੁੰਡਾ ਮੇਰੇ ਘਰ ਆਇਆ ਤਾਂ ਉਸ ਨੂੰ ਦੇਖ ਕੇ ਮੈਂ ਪੂਰੀ ਤਰ੍ਹਾਂ ਡਰ ਗਈ ਕਿ ਪਤਾ ਨਹੀਂ ਮੇਰੀ ਜ਼ਿੰਦਗੀ ਵਿੱਚ ਕਿਹੜਾ ਦੁੱਖ ਝੱਲਣਾ ਬਾਕੀ ਰਹਿ ਗਿਆ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਮੁੰਡਾ ਮੇਰੇ ਘਰ ਆਇਆ। ਮੈਂ ਹੈਰਾਨ ਹੋ ਗਈ ਜਦੋਂ ਉਹ ਝੁਕਿਆ ਅਤੇ ਮੇਰੀ ਮਾਂ ਦੇ ਪੈਰਾਂ ਨੂੰ ਛੂਹਿਆ ਅਤੇ ਮੇਰੀ ਮਾਂ ਕੋਲ ਬੈਠ ਗਿਆ। ਉਸ ਨੇ ਬੜੇ ਆਦਰ ਨਾਲ ਮੇਰੀ ਮਾਂ ਤੋਂ ਮੇਰਾ ਹੱਥ ਮੰਗਿਆ। ਉਸ ਨੇ ਕਿਹਾ ਕਿ ਆਂਟੀ, ਮੈਂ ਬਹੁਤਾ ਅਮੀਰ ਨਹੀਂ ਹਾਂ, ਪਰ ਮੈਂ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦਾ ਹਾਂ। ਆਮਦਨ ਬਹੁਤੀ ਨਹੀਂ ਹੈ, ਪਰ ਜੋ ਕੁਝ ਮੇਰੇ ਕੋਲ ਹੈ ਮੈਂ ਤੁਹਾਡੀ ਧੀ ਨੂੰ ਬਹੁਤ ਖੁਸ਼ ਰੱਖਾਂਗਾ। ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ, ਪਰ ਮੈਂ ਤੁਹਾਡੀ ਧੀ ਕੰਚਨ ਨੂੰ ਪਿਆਰ ਕਰਦਾ ਹਾਂ। ਪਹਿਲੀ ਹੀ ਨਜ਼ਰ ਵਿੱਚ ਮੈਨੂੰ ਤੁਹਾਡੀ ਧੀ ਪਸੰਦ ਆ ਗਈ ਸੀ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਸਾਰੀ ਉਮਰ ਕੰਚਨ ਨੂੰ ਖੁਸ਼ ਰੱਖਾਂਗਾ
ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕੰਚਨ ਦਾ ਵਿਆਹ ਮੇਰੇ ਨਾਲ ਕਰਵਾ ਦਿਓ। ਮੈਂ ਅਤੇ ਮਾਂ ਦੋਵੇਂ ਹੈਰਾਨ ਰਹਿ ਗਏ, ਪਰ ਮੇਰੀ ਮਾਂ ਨੇ ਕਿਹਾ ਕਿ ਵਿਆਹ ਕਰਨ ਤੋਂ ਪਹਿਲਾਂ ਤੁਹਾਨੂੰ ਕੰਚਨ ਦੀ ਅਸਲੀਅਤ ਜਾਣਨੀ ਪਵੇਗੀ। ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕੰਚਨ ਵਿਧਵਾ ਹੋ ਗਈ ਹੈ। ਉਸ ਦਾ ਵਿਆਹ ਹੋਇਆ ਸੀ। ਵਿਆਹ ਦੀ ਪਹਿਲੀ ਰਾਤ ਹੀ ਉਸ ਦੇ ਪਤੀ ਦੀ ਮੌਤ ਹੋ ਗਈ। ਵਿਜੇ ਨੇ ਵਿਚਕਾਰੋਂ ਕੱਟ ਕੇ ਕਿਹਾ ਕਿ ਆਂਟੀ, ਮੈਨੂੰ ਸਭ ਪਤਾ ਹੈ। ਮੈਂ ਉਸ ਰਾਤ ਬਹੁਤ ਰੋਇਆ ਜਦੋਂ ਕੰਚਨ ਦਾ ਵਿਆਹ ਬੁੱਢੇ ਨਾਲ ਹੋਇਆ, ਪਰ ਸ਼ਾਇਦ ਮੇਰਾ ਪਿਆਰ ਸੱਚਾ ਸੀ ਕਿ ਕੰਚਨ ਮੈਨੂੰ ਫਿਰ ਮਿਲ ਗਈ। ਹੁਣ ਮੇਰੀ ਮਾਂ ਨੇ ਤੁਰੰਤ ਮੇਰਾ ਵਿਆਹ ਵਿਜੇ ਨਾਲ ਤੈਅ ਕਰ ਦਿੱਤਾ ਅਤੇ ਜਲਦੀ ਹੀ ਮੇਰਾ ਵਿਆਹ ਵਿਜੇ ਨਾਲ ਹੋ ਗਿਆ ਅਤੇ ਮੈਂ ਉਦੋਂ ਹੈਰਾਨ ਰਹਿ ਗਈ ਜਦੋਂ ਵਿਆਹ ਵਾਲੀ ਰਾਤ ਵਿਜੇ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਭਰ ਕੇ ਮੇਰੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਹ ਕਹਿਣ ਲੱਗਾ ਕਿ ਤੂੰ ਤਾਂ ਮੈਨੂੰ ਦੇਖ ਕੇ ਡਰ ਜਾਂਦੀ ਸੀ, ਪਰ ਮੈਂ ਤੈਨੂੰ ਆਪਣਾ ਪਿਆਰ ਜ਼ਾਹਰ ਕਰਨਾ ਚਾਹੁੰਦਾ ਸੀ, ਪਰ ਅੱਜ ਰੱਬ ਨੇ ਮੈਨੂੰ ਮੇਰਾ ਪਿਆਰ ਦੇ ਦਿੱਤਾ। ਇਹ ਕਹਿ ਕੇ ਵਿਜੇ ਨੇ ਆਪਣੇ ਬੁੱਲ੍ਹਾਂ ਨਾਲ ਮੇਰੇ ਬੁੱਲ੍ਹਾਂ ਤੇ ਆਪਣੇ ਪਿਆਰ ਦੀ ਮੋਹਰ ਲਗਾ ਦਿੱਤੀ। ਵਿਜੇ ਦੀਆਂ ਬਾਹਾਂ ਵਿੱਚ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ। ਇਹ ਇੱਕ ਅਜਿਹਾ ਅਹਿਸਾਸ ਸੀ ਜੋ ਇੱਕ ਪਤਨੀ ਉਸ ਸਮੇਂ ਮਹਿਸੂਸ ਕਰਦੀ ਹੈ ਜਦੋਂ ਉਸ ਦਾ ਪਤੀ ਉਸ ਦੀ ਪਸੰਦ ਦਾ ਹੋਵੇ। ਵਿਜੇ ਦਾ ਪਿਆਰ ਮਿਲਣ ਤੋਂ ਬਾਅਦ ਮੈਂ ਵੀ ਵਿਜੇ ਦੇ ਪਿਆਰ ਅੱਗੇ ਝੁਕ ਗਈ। ਵਿਜੇ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਮੈਂ ਆਪਣੇ ਸਾਰੇ ਦੁੱਖ ਭੁੱਲ ਗਈ। ਹੁਣ ਅੱਗੇ ਦੀ ਜ਼ਿੰਦਗੀ ਵਿੱਚ ਮੇਰੇ ਲਈ ਸਿਰਫ ਖੁਸ਼ੀਆਂ ਹੀ ਸਨ। ਤਾਂ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਵੇਂ ਲੱਗੀ? ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਦੱਸੋ। ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਤਰ੍ਹਾਂ ਦੀਆਂ ਹਰ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।